ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਵੋ। ਬਿਖਮ ਨਦੀ ਜਾਏ ਤਰਨੀ, ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ। ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ। ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਹਉ ਵਾਰੀ ਜੀਉ ਵਾਰੀ, ਗੁਰਮੁਖ ਅੰਮ੍ਰਿਤ ਪੀਆਵਣਿਆ। ਰਸਨਾ ਰਸ ਚਾਖ ਸਦਾ ਰਹੈ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ। ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ, ਦੁਬਿਧਾ ਮਾਰੇ ਇਕਸ ਸਿਉ ਲਿਵ ਲਾਏ। ਨਦਰ ਕਰੇ ਤਾਂ ਹਰ ਗੁਣ ਗਾਵੈ, ਨਦਰੀ ਸਚ ਸਮਾਵਣਿਆ। ਸਭਨਾ ਉਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨਹੇਰੀ। ਤੁਝ ਤੇ ਬਾਹਰ ਕਿਛ ਨਾ ਹੋਵੈ, ਗੁਰਮੁਖ ਸੋਝੀ ਪਾਵਣਿਆ। ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੈ ਸੋ ਜਨ ਸੋ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਣਾਵਣਿਆ। ਮਨ ਮੁਖ ਭੂਲਾ ਦੂਜੈ ਪਾਏ ਖੁਆਏ, ਨਾਮ ਨ ਲੇਵੈ ਮਰੈ ਬਿਖ ਖਾਏ। ਅਨ ਦਿਨ ਸਦਾ ਵਿਸ਼ਟਾ ਮਹਿ ਵਾਸਾ, ਬਿਨ ਸੇਵਾ ਜਨਮ ਗਵਾਵਣਿਆ। ਅੰਮ੍ਰਿਤ ਪੀਵੈ ਜਿਸਨੂੰ ਆਪ ਪਿਆਏ, ਗੁਰ ਪ੍ਰਸਾਦੀ ਸਹਿਜ ਲਿਵ ਲਾਏ। ਪੂਰਨ ਪੂਰ ਰਹਾ ਸਭ ਆਪੇ, ਗੁਰਮਤਿ ਨਦਰੀ ਆਵਣਿਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨ ਆਪੇ ਗੋਈ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸਚ ਸਮਾਵਣਿਆ।
आपे आप निरंजन सोई, जिन सिरजी तिने आपे गोई। नानक नाम संभाल सदा तू, सहजे सच समावणिया। वाहिगुरु जी का खालसा, वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। गुरु पातशाह जी दी अजीम अपार बख्शिश, ढलदी शाम असीं सतसंगत माण रहे हाँ। इधर गुरुद्वारा साहब दे विच शरीरक तौर ते हाज़र होने का मौका आया, या फिर घरां थावां ते दूर दराज टीवी राहीं या होर मीडिया आउटलैट्स राहीं गुरु शब्द नाल अपने आप को सरशार कर रहे हैं। वडभागता है। लगातारता नाल जो दीवान चल रहा है शाम का, आप अजे हुणे हरी जस कीर्तन सरवण कर रहे सी। हुण अगले समय विच गुरु शब्द व्याख्या नाल सांझ पावांगे। इस गोचरे माझ राग जो लड़ीवार बाणी व्याख्या हो रही है वो चल रहा है। महला तीजा गुरु अमरदास पातशाह नानक जोत दे तीसरे जामे द्वारा उचरित की गई बाणी सानू प्राप्त है। अष्टपदियां दे शब्द ने, लमेरे शब्द ने। आप जी ने पूरे शब्द का पाठ सरवण किया है। विचार का आगाज मुख सुनेहे तो करते हैं, जो कि रहाओ का पद आया। गुरु साहब जिक्र कर रहे ने, हाउ वारी जियो वारी, गुरमुख अमृत पियावणिया। रसना रस चाक सदा रहे रंग राती, सहजे हर गुण गावणिया। रहाओ गुरु ग्रंथ साहब की भाषा गुरमुखी लैटर्स ने, जिहड़ा ईडियम आ, यू नो व्हेन वी आर टॉकिंग अबाउट linguistic side, medium is Punjabi, the language which is coming from the river of five land. But at the same time, Guru Granth Sahib is actually representing or containing almost whole South Asian regional languages. ਇਹਦੇ 'ਚ 18 ਦੇ ਕਰੀਬ ਵੱਖਰੀਆਂ ਵੱਖਰੀਆਂ ਜ਼ਬਾਨਾਂ ਤੁਹਾਨੂੰ ਮਿਲ ਜਾਂਦੀਆਂ ਨੇ। ਪਰ ਜਿਹੜਾ ਈਡੀਅਮ ਆ, ਮੁਹਾਵਰਾ, ਉਹ ਪੰਜਾਬੀ ਸੁਰ ਦਾ ਆ। ਉਹਦੇ 'ਚ ਜਿਵੇਂ ਸਾਡੀ ਪੰਜਾਬੀ ਤਰਬੀਅਤ ਵਿੱਚ ਅਸੀਂ ਗੱਲ ਕਰਦੇ ਹਾਂ, ਜਿਹੋ ਜਿਹੇ ਮੁਹਾਵਰੇ, ਈਡੀਅਮਸ, ਟਰਮੀਨੋਲੋਜੀਜ਼, ਜਿਹੜੀ ਪ੍ਰੈਜੈਂਟੇਸ਼ਨ ਆ ਸਾਡੀ, ਉਹ ਬਿਲਕੁਲ ਤੁਹਾਨੂੰ ਮਿਲ ਜਾਏਗੀ ਗੁਰੂ ਗ੍ਰੰਥ ਸਾਹਿਬ ਵਿੱਚ। ਦੈਟ ਇਜ਼ ਐਕਚੁਅਲੀ ਜਿਹੜੀ ਉਹ ਡੋਮੀਨੇਸ਼ਨ ਵਿੱਚ ਹੈਗੀ ਹੈ। ਜਿਵੇਂ ਆਹੀ ਲਾਈਨ ਆ ਰਹੀ ਹੈ, ਹਉ ਵਾਰੀ ਜਿਉ ਵਾਰੀ, ਗੁਰਮੁਖ ਅੰਮ੍ਰਿਤ ਪਿਆਵਣਿਆ। ਵਾਰੀ ਜਾਣਾ, ਕੁਰਬਾਨ ਜਾਣਾ, ਆਪਣਾ ਆਪਾ ਵਾਰਨਾ, ਇੱਕ ਆਮ ਪੰਜਾਬੀ ਲੈਂਗੁਏਜ ਵਿੱਚ ਵਰਡ ਆ। ਜਦੋਂ ਤੁਸੀਂ ਕਿਸੇ ਤੋਂ ਬਹੁਤ ਮੁਤਾਸਿਰ ਹੁੰਦੇ ਹੋ, when you are very grateful toward anyone, very thankful toward anyone, that time you have limited words, you don't have much to say, ਤੁਹਾਡੇ ਕੋਲ word ਮੁੱਕ ਜਾਂਦੇ ਨੇ। ਫਿਰ ਤੁਸੀਂ ਕਈ ਵਾਰੀ ਇਹ ਕਹਿੰਦੇ ਹੋ ਵੀ ਤੇਰੇ ਤੋਂ ਕੁਰਬਾਨ ਹੀ ਜਾਣਾ, ਬਸ ਤੇਰੇ ਤੋਂ ਵਾਰੀ ਜਾਣਾ, ਬਲਿਹਾਰ ਜਾਣਾ। ਮਤਲਬ ਮੈਂ ਐਕਸਟ੍ਰੀਮਲੀ ਖੁਸ਼ ਹਾਂ ਆਪਣੇ ਆਪ ਦੇ ਵਿੱਚ, ਤੇ ਇੰਜ ਜੀ ਕਰਦਾ ਆ ਆਪਣੀ ਜਾਨ ਤੈਨੂੰ ਦੇ ਦਿਆਂ, ਆਪਣਾ ਆਪਾ ਤੇਰੇ ਤੋਂ ਵਾਰ ਦਿਆਂ। मैं ना भी रहा कोई फर्क नहीं पैंदा, पर तू रहे, तेरी आबादियत रहे, तेरी जिंद आबाद रहे। जिहड़ा जिंदाबाद वर्ड ही है ना, ये इत्थों बनिया एक्चुअली। मैं तेरा वैल विशर आ, मैं तेरी होंद, तेरी प्रेजेंस नूं इन्ना प्यार करदा आ। ये है हौं वारी, ये है अपना आपा वारना किसी तो। गुरु अमरदास साहब ने जिहड़ा वर्ड यूज किया है, हौं वारी जियो वारी, गुरमुख अमृत पियावणिया। ਹੁਣ ਇੱਥੇ ਗੁਰਮੁਖ ਅੰਮ੍ਰਿਤ ਪਿਆਵਣਿਆ। ਗੁਰਮੁਖ ਦੇ ਖੱਖੇ ਨੂੰ ਸਿਹਾਰੀ ਪਈ ਹੈ ਜਦੋਂ ਤੁਸੀਂ ਉਹਨੂੰ ਵਰਡਸ ਦੇ ਵਿੱਚ ਦੇਖੋਗੇ ਉਸ ਤਰੀਕੇ ਦੇ ਨਾਲ। ਅੰਮ੍ਰਿਤ ਸ਼ਬਦ ਵੀ ਬੜਾ ਭਾਵਪੂਰਤ ਆ, ਕਿਉਂਕਿ ਇੱਕ ਇੱਕ ਵਰਡ ਸਾਨੂੰ ਸਮਝਣ ਦੀ ਲੋੜ ਆ।
ਜਿਹੜਾ ਸਾਡਾ ਕਮਿਟਮੈਂਟ ਆ, ਜਦੋਂ ਅਸੀਂ ਇਨ ਐਕਚੁਅਲੀ ਵੈਸਟਰਨ ਵਰਲਡ ਟਿਪੀਕਲੀ ਵੀ ਯੂਜ਼ ਵੈਨ ਵੀ ਗੈਟ ਬੈਪਟਿਸਟ, ਹਾਲਾਂਕਿ ਟੋਟਲ ਉਹਨਾਂ ਦੇ ਆਪਣੇ ਕਲਚਰ 'ਚੋਂ ਆ ਰਿਹਾ, ਪਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸਮਝਣਾ ਸਮਝਾਉਣਾ ਹੋਏ, then you have to use some metaphors, some kind of examples, ਸੋ ਅਸੀਂ ਕਈ ਵਾਰੀ ਉੱਥੋਂ ਯੂਜ਼ ਕਰ ਲੈਂਦੇ ਹਾਂ। ਜਿਹੜਾ ਇਹਦੇ 'ਚ ਆ ਰਿਹਾ ਹੈਗਾ ਆ ਕਿ ਅਸੀਂ ਅੰਮ੍ਰਿਤ ਛਕਣ ਵਾਲੀ ਗੱਲ ਆ, ਅੰਮ੍ਰਿਤ ਲੈਣ ਵਾਲੀ ਗੱਲ ਜਿਹੜੀ ਆ ਰਹੀ ਹੈ, ਮੈਟਾਫੋਰਿਕ ਵੇ ਦੇ ਨਾਲ ਜੋ ਤੁਸੀਂ ਉੱਥੋਂ ਵੇਖਦੇ ਹੈਗੇ ਆ, ਤੇ ਉਹਦੇ ਨਾਲੋਂ ਇਹ ਡਿਫਰੈਂਟ ਕਮਿਟਮੈਂਟ ਆ ਸਾਡਾ ਜਿਹੜਾ ਗੁਰੂ ਨਾਲ ਸਾਂਝ ਦਾ ਤਰੀਕਾ ਆ। ਐਕਚੁਅਲ ਲੈਵਲ 'ਤੇ ਜਿਹੜਾ ਟ੍ਰੈਡੀਸ਼ਨਲ ਵਰਡ ਹੈ ਇਹਦੇ ਵਾਸਤੇ, ਉਹ ਹੈਗਾ ਖੰਡੇ ਬਾਟੇ ਦੀ ਪਾਹੁਲ ਲੈਣੀ। ਪਾਹੁਲ ਵਰਡ ਐਕਚੁਅਲ ਲੈਵਲ 'ਤੇ। ਅੰਮ੍ਰਿਤ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ, ਰਿਸਪੈਕਟਡ ਵੇ ਦੇ ਨਾਲ। ਜਿਹੜਾ ਬਾਟਾ ਤਿਆਰ ਹੁੰਦਾ ਆ, ਬਾਟੇ ਦੇ ਵਿੱਚ ਖੰਡਾ ਪਤਾਸ਼ੇ ਪਾ ਕੇ ਬਾਣੀ ਪੜ੍ਹੀ ਜਾਂਦੀ ਹੈ, ਦੈਟ ਇਜ਼ ਖੰਡੇ ਬਾਟੇ ਦੀ ਪਾਹੁਲ। ਜਿਹੜਾ ਅੰਮ੍ਰਿਤ ਰਿਸਪੈਕਟਡ ਵੇ ਨਾਲ ਅਸੀਂ ਕਹਿ ਦਿੱਤਾ, ਪਰ ਜਿਹੜਾ ਅੰਮ੍ਰਿਤ ਦਾ ਮਾਇਨੇ ਬਣਦੇ ਨੇ, ਉਹ ਤੇ ਸਿੰਪਲ ਅੰਗਰੇਜ਼ੀ 'ਚ ਅਸੀਂ ਕਹੀਏ ਤਾਂ ਨੈਕਟਰਸ ਬਣਦੇ ਨੇ। ਪਰ ਜੇ ਡੀਪ ਲੈਵਲ 'ਤੇ ਦੇਖੋਗੇ ਤੇ ਜਿਹੜਾ ਅਸਲ ਰਸ ਆ, ਅਸਲ ਰਸਾਇਣ ਆ, ਅਸਲ ਜੀਵਨ ਦੀ ਜਿਹੜੀ ਪ੍ਰਾਪਤੀ ਹੈ, ਉਹ ਤੇ ਕਿਸੇ ਜੀਵਨ ਨੂੰ ਜੀ ਕੇ ਮਿਲੇਗੀ। ਇੱਕ ਸ਼ੁਰੂਆਤ ਆ, ਤੁਸੀਂ ਇੱਕ ਬਿਗਨਿੰਗ ਕੀਤੀ, ਤੁਸੀਂ ਇੱਕ ਅਹਿਦ ਲਿਆ, ਯੂ ਮੇਕ ਸਮ ਕਾਈਂਡ ਆਫ ਕਮਿਟਮੈਂਟ ਟੂਵਰਡ a school of thought, ਸਿੱਖੀ ਸਕੂਲ ਆਫ ਥਾਟ। ਮੈਂ ਇੱਕ ਕਮਿਟਮੈਂਟ ਲੈ ਲਿਆ ਅੱਜ ਸਿੱਖੀ ਸਕੂਲ ਆਫ ਥਾਟ ਦੇ ਨਾਲ, ਤੇ ਮੈਂ ਇਸ ਸਕੂਲ ਆਫ ਥਾਟ ਨੂੰ ਹੁਣ ਪ੍ਰੈਕਟਿਸ ਕਰਾਂਗਾ। ਜਦੋਂ ਉਸ ਪ੍ਰੈਕਟਿਸ ਵਿੱਚ ਮੈਂ ਆਪਣੇ ਆਪ ਨੂੰ ਪਾਵਾਂਗਾ, ਤੇ ਫਿਰ ਉਹਦੇ ਵਿੱਚੋਂ ਜਿਹੜਾ ਮੈਨੂੰ ਸੁੱਖ, ਖੁਸ਼ੀ, ਸਕੂਨ ਉਹ ਸਭ ਮਿਲੇਗਾ, ਉਹ ਮੇਰਾ ਅੰਮ੍ਰਿਤ ਆ। ਉਹ ਐਕਚੁਅਲ ਲੈਵਲ 'ਤੇ ਉਹ ਜੀਵਨ ਹੈ ਜਿਹੜਾ ਤੁਹਾਨੂੰ ਉਸ ਲੈਵਲ 'ਤੇ ਪ੍ਰਾਪਤ ਹੁੰਦਾ ਆ। ਗੁਰੂ ਬਾਬਾ ਜੀ ਨੇ ਇੱਥੇ ਜਿਹੜੀ ਬਚਨ ਦੀ ਬਾਤ ਕੀਤੀ ਹੈ, ਮਹਾਰਾਜ ਇਹ ਅਹਿਸਾਸ ਕਰਾਉਂਦੇ ਸਾਨੂੰ ਕਿ ਜਿਹੜਾ ਗੁਰੂ ਦੇ ਜ਼ਰੀਏ ਮੈਨੂੰ ਉਸ ਅੰਮ੍ਰਿਤ ਦੀ ਦਾਤ ਤੱਕ ਪਹੁੰਚਾਏ, ਮੈਨੂੰ ਉਸ ਜੀਵਨ ਜੀਣ ਦੇ ਢੰਗ ਤਰੀਕੇ ਸਲੀਕੇ ਨੂੰ ਸਮਝਣ ਸਮਝਾਉਣ ਵਾਸਤੇ ਮਦਦਗਾਰ ਹੋਏ, ਮੇਰੀ ਉਹਦੇ ਰਾਹ 'ਤੇ ਤੁਰਨ 'ਚ ਮਦਦ ਕਰੇ, ਮੈਂ ਉਹ ਤੋਂ ਆਪਣਾ ਆਪਾ ਵਾਰਦਾ ਹਾਂ। ਦਿਸ ਇਜ਼ ਦਾ ਐਕਚੁਅਲੀ ਆਂਸਰ or meaning over here, or this kind of message Guru Sahib is delivering। ਮਹਾਰਾਜ ਦਾ ਬਚਨ, ਹਉ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪਿਆਵਣਿਆ, ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ। ਰਸਨਾ ਰਸ ਚਾਖ, ਰਸਨਾ ਨੂੰ ਰਸ ਆਉਣਾ। ਹੁਣ ਰਸਾਇਣ ਰਸ ਜਿਹੜਾ ਆ, ਐਕਚੁਅਲ ਲੈਵਲ 'ਤੇ ਰਸਾਇਣ ਦੀ ਸਿੰਪਲ ਟਰਾਂਸਲੇਸ਼ਨ ਇਹ ਬਣਦੀ ਹੈ ਕੈਮੀਕਲਸ, ਕੈਮਿਸਟਰੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਸੋ ਜਿਹੜੇ ਕੈਮੀਕਲਸ ਨੇ, ਜਿਹੜੀ ਕੈਮਿਸਟਰੀ ਹੈ, ਅੱਜ ਦੀ ਲੈਂਗੁਏਜ 'ਤੇ ਬੜੀ ਈਜ਼ੀਲੀ ਸਮਝ ਆ ਰਹੀ ਹੈ ਕਿ ਹਿਊਮਨ ਬੀਇੰਗ ਦੇ ਅੰਦਰ ਕੈਮੀਕਲ ਇੰਬੈਲੈਂਸਮੈਂਟ ਇਸ਼ੂਜ਼ ਕ੍ਰੀਏਟ ਕਰਦੀ ਹੈ। ਕੈਮੀਕਲ ਬੈਲੈਂਸਡ ਹੋ ਜਾਏ ਤੇ ਬੰਦੇ ਦਾ ਪਰਸੋਨਾ, ਬੰਦੇ ਦੀ ਜਿਹੜੀ ਸ਼ਖਸੀਅਤ ਆ, ਉਹ ਸਹੀ ਰੂਪ ਵਿੱਚ ਉਸਰ ਸਕਦੀ, ਉਹ ਸਹੀ ਕਾਰਜਸ਼ੀਲ ਹੋ ਸਕਦੀ ਹੈ। ਐਂਡ ਐਟ ਦ ਸੇਮ ਟਾਈਮ ਪੀਪਲ ਆਰ ਟੈਲਿੰਗ ਅਸ ਵੀ ਆਰ ਦ ਸਲੇਵ ਆਫ ਕੈਮੀਕਲਸ। ਅਸੀਂ ਆਪਣੇ ਅੰਦਰ ਦੇ ਕੈਮੀਕਲਸ ਦੇ ਸਲੇਵ ਹੈਗੇ ਹਾਂ। ਅੱਜ ਨਸ਼ਿਆਂ ਦੀ ਹਾਲਤ ਦੇਖੋ ਤੁਸੀਂ, ਲੋਕੀ ਨਸ਼ੇ ਕਿਉਂ ਪੀਂਦੇ ਨੇ? ਜੇ ਲਿਟਰਲੀ ਤੌਰ 'ਤੇ ਕਿਹਾ ਜਾਏ ਤੇ ਉਹ ਕਹਿੰਦੇ ਵੀ ਮਸਤੀ ਬੜੀ ਆਉਂਦੀ ਏ, ਖੁਸ਼ਨੁਮਾ ਫੀਲਿੰਗਸ ਆਉਂਦੀਆਂ ਨੇ। ਪੀਪਲ ਹੈਵ ਦੇਅਰ ਓਨ ਐਕਚੁਅਲੀ ਕਾਈਂਡ ਆਫ explanation, their own kind of description about it. But if we go through with the biological sides, or some kind of you can say biological engineering side inside our brain, or inside our neurosystem, then we can easily find out we are the slave of some typical chemicals, and those chemicals are dopamine ਪਹਿਲੇ ਨੰਬਰ ਤੇ। ਬੰਦੇ ਦੇ ਅਲਕੋਹਲ ਹੀ ਸਪੋਜ਼ ਕਰੋ, ਗਲੇ ਦੇ ਜ਼ਰੀਏ ਹਲਕ ਤੋਂ ਥੱਲੇ ਉਤਰੀ, ਉਹਨੇ ਜਾ ਕੇ ਮੈਟਾਬੋਲਿਜ਼ਮ ਦੇ ਵਿੱਚ ਕੰਮ ਸ਼ੁਰੂ ਕੀਤਾ, ਲਿਵਰ ਦੇ ਜ਼ਰੀਏ ਖੂਨ ਦੇ ਵਿੱਚ ਮਿਕਸ ਹੋਈ, ਤੇ ਹੁਣ ਹੋਇਆ ਕਿ ਖੂਨ ਦੇ ਸਟਰੀਮ ਦੇ ਜ਼ਰੀਏ, ਬਲੱਡ ਸਟਰੀਮ ਦੇ ਜ਼ਰੀਏ ਉਹਨੇ ਬ੍ਰੇਨ ਦੇ ਵਿੱਚ ਜਾ ਕੇ ਸਾਡੇ ਇੰਟਰਵੈਂਸ਼ਨ ਕੀਤੀ, ਇੱਕ ਜਿਹੜੀ ਹੈਗੀ ਉੱਥੇ ਉਹਨੇ ਦਖਲ ਅੰਦਾਜ਼ੀ ਦਿੱਤੀ। ਦਖਲ ਅੰਦਾਜ਼ੀ ਦੇ ਕੇ ਜਿਹੜਾ ਕੈਮੀਕਲ ਸਾਨੂੰ ਥੋੜੀ ਆਪਣੇ ਆਪੇ ਦੇ ਵਿੱਚ ਮਸਤੀ ਮਹਿਸੂਸ ਕਰਾਉਂਦਾ ਹੈ,
ਉਹ ਕੈਮੀਕਲ ਐਕਸਟਰਾ ਮਾਤਰਾ ਦੇ ਵਿੱਚ ਰਿਲੀਜ਼ ਕਰਾ ਦਿੱਤਾ ਉੱਥੋਂ। ਹੁਣ ਜਿਹੜਾ ਉਹ ਕੈਮੀਕਲ ਆ ਉਹ ਰਿਲੀਜ਼ ਹੋਇਆ, ਬੰਦੇ ਨੂੰ ਮਸਤੀ ਫੀਲ ਹੋਈ, ਹਾਂ ਕੀ ਬਾਤ ਹੈ। ਇਸ ਤਰੀਕੇ ਨਾਲ ਮੈਂ ਐਡਿਕਸ਼ਨ ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਇੱਥੇ, ਐਂਡ ਆਈ ਹੈਵ ਹਰਡ ਸੋ ਮੈਨੀ ਟਾਈਮ ਪੀਪਲ ਹੈਵ ਆਸਕਡ ਮੀ, ਹੈਵ ਯੂ ਐਵਰ ਟੇਸਟ, ਹੈਵ ਯੂ ਐਵਰ ਡਰਿੰਕ? ਮੈਂ ਕਿਹਾ ਨੋ, I don't know what is the taste of drink, what is the taste of alcohol. Then you don't know anything. ਤੈਨੂੰ ਕੋਈ ਪਤਾ ਨਹੀਂਗਾ ਇਹਦਾ ਕੀ ਮਜ਼ਾ ਆ, ਇਹਦੀ ਕੀ ਚੀਜ਼ ਹੈ। ਇਸ ਕਿਸਮ ਨਾਲ ਲੋਕੀ ਗੱਲਾਂ ਕਰਦੇ। ਮੈਂ ਕਿਹਾ ਗੱਲ ਇਹ ਆ, ਮੈਂ ਨੋ ਡਾਊਟ ਮੈਂ ਉਸ ਤਰੀਕੇ ਦਾ ਐਕਸਪੀਰੀਅੰਸ ਨਹੀਂ ਕੀਤਾ, ਪਰ ਇਹ ਸੱਚਾਈ ਹੈ ਕਿ ਮੈਂ ਇਹਦੇ ਬਾਰੇ ਪੜ੍ਹਿਆ ਸਭ ਕੁਛ ਆ। ਜਿਨ੍ਹਾਂ ਲੋਕਾਂ ਨੇ ਇਹਨੂੰ ਐਕਸਪੀਰੀਅੰਸ ਕੀਤਾ, ਜਿਨ੍ਹਾਂ ਲੋਕਾਂ ਨੇ ਐਕਸਪੀਰੀਅੰਸ ਕਰਨ ਵਾਲਿਆਂ ਦੇ ਉੱਤੇ ਸਟੱਡੀਜ਼ ਕੀਤੀਆਂ, ਰਿਸਰਚ ਕੀਤੀ, ਆਈ ਐਮ ਟੋਟਲੀ ਐਜੂਕੇਟਡ ਇਨ ਦੈਟ ਸਾਈਡ। ਜਦੋਂ ਸਾਰਿਆਂ ਨੂੰ ਅਸੀਂ ਐਨਾਲਿਟਿਕ ਵੇ ਨਾਲ ਦੇਖਦੇ ਹਾਂ, ਫਿਰ ਪਤਾ ਲੱਗਦਾ ਹੈ ਕਿ ਕਿੰਨਾ ਕੈਮੀਕਲਸ ਕਰਕੇ ਤੁਸੀਂ ਇਹ ਸਭ ਕੁਝ ਕਰ ਰਹੇ ਹੋ। ਸਿਰਫ ਥੋੜਾ ਜਿਹਾ ਡੋਪਾਮਾਈਨ ਰਿਲੀਜ਼ ਹੋਏਗਾ, ਬੰਦੇ ਨੂੰ ਖੁਸ਼ਨੁਮਾ ਫੀਲਿੰਗ ਹੋਏਗੀ, ਬੰਦਾ ਉਸ ਚੀਜ਼ ਨੂੰ ਕਰ ਰਿਹਾ ਹੈ, ਤੇ ਉਹਦੇ ਇਵਜ ਵਿੱਚ ਦੇ ਕੀ ਰਿਹਾ? ਅਸੀਂ ਕਵਾਂਗੇ ਨਥਿੰਗ, ਜਸਟ 20-30 ਬਕਸ, $20-30 ਹੀ ਖਰਚ ਰਿਹਾ, ਉਦੋਂ ਬਾਅਦ ਤੇ ਕੋਈ ਵੱਡੀ ਗੱਲ ਨਹੀਂ ਹੈਗੀ। $20-30 ਨਹੀਂ ਖਰਚ ਰਿਹਾ। ਐਕਚੁਅਲ ਲੈਵਲ ਤੇ ਪਹਿਲੀ ਗੱਲ ਤੇ ਇਹ ਹੈ ਕਿ ਆਪਣੀ ਹੈਲਥ ਨੂੰ ਜੈਪਰਡਾਈਜ਼ ਕਰ ਰਿਹਾ, ਲਿਵਰ ਨੂੰ ਫੈਟੀ ਕਰ ਰਿਹਾ, ਕਿਡਨੀਜ਼ ਨੂੰ ਡੈਮੇਜ ਕਰ ਰਿਹਾ, ਜਿਹੜੀ ਅੰਦਰ ਦੀ ਬ੍ਰੇਨ ਦੀ ਐਬਿਲਿਟੀ ਆ ਉਹਨੂੰ ਇੰਪੇਅਰਡ ਕਰ ਰਿਹਾ। ਆਲ ਥੀਸ ਥਿੰਗਸ ਆਰ ਹੈਪਨਿੰਗ। ਕੱਲਾ ਹੀ ਨਹੀਂ, ਆਪਣੀ ਜਿਹੜੀ ਫੈਮਿਲੀ ਲਾਈਫ ਆ, ਸੋਸ਼ਲ ਲਾਈਫ ਆ, ਵਰਕ ਲਾਈਫ ਆ, ਸਾਰੀ ਡਿਸਟਰਬ ਕਰ ਰਿਹਾ। ਇਹ ਸਭ ਚੀਜ਼ਾਂ ਜਿਹੜੀਆਂ ਇਸ ਲੈਵਲ ਤੇ ਆ ਰਹੀਆਂ ਸਭ ਉਸ ਰੂਪ ਦੇ ਅੰਦਰ, ਕਿਉਂ? ਕਿਉਂਕਿ ਉਹ ਜਿਹੜਾ ਕੈਮੀਕਲ ਰਿਲੀਜ਼ ਹੋ ਰਿਹਾ ਅੰਦਰ, ਉਹ ਖੁਸ਼ਨੁਮਾ ਅਹਿਸਾਸ ਕਰਾ ਰਿਹਾ ਹੈਗਾ, ਖੁਸ਼ੀ ਦੇ ਰਿਹਾ ਹੈਗਾ। ਗੁਰੂ ਬਾਬਾ ਜੀ ਉਸ ਸਮੇਂ ਦੇ ਵਿੱਚ, when we didn't have that kind of lab system, we didn't have that kind of knowledge, we didn't have that kind of expertise, but ਬਾਬਾ ਜੀ ਸਪਿਰਚੁਅਲ ਸਾਈਡ ਤੋਂ ਸਾਰੀ ਗੱਲ ਲੈ ਕੇ ਆਉਂਦੇ। ਤੇ ਸਾਨੂੰ ਬਾਣੀ ਕਹਿੰਦੇ, ਜੋ ਬ੍ਰਹਮੰਡੇ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਕੀ ਬ੍ਰਹਮੰਡ ਤੇ ਕੀ ਪਿੰਡ, ਇਹਦਾ ਸਮੁੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਤੇ ਸਾਇੰਸ ਡੇ ਬਾਈ ਡੇ ਇਹਨੂੰ ਉਸ ਲੈਵਲ ਤੇ ਸਾਡੇ ਸਾਹਮਣੇ ਪ੍ਰੂਵ ਕਰ ਰਹੀ ਹੈ, ਦੱਸ ਰਹੀ ਹੈ ਕਿ ਹਾਂ ਹਾਂ ਆਹ ਚੀਜ਼ ਐਵੇਂ ਹੋ ਰਹੀ ਹੈ। ਜਦੋਂ ਅਸੀਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੁਬਾਰਾ ਪੜ੍ਹਦੇ ਹਾਂ, ਅਹਿਸਾਸ ਕਰਦੇ ਹਾਂ, ਉਹ ਮਹਾਰਾਜ ਇਹ ਕਹਿ ਰਹੇ ਸੀ ਇਹਦੇ 'ਚ। ਅਸੀਂ ਨਹੀਂ ਸੀ ਅਵੇਅਰ ਉਹਦੇ ਬਾਰੇ, we were not aware that time, but then when actually we get some kind of information from scientific side, we totally realize, wow, ਆਹ ਚੀਜ਼ ਇਹਦੇ 'ਚ ਕਹੀ ਜਾ ਰਹੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਕਰਕੇ ਫਿਰ ਸ਼ਬਦ ਤੇ ਵਾਪਸ ਆਉਣਾ ਹੈ। ਸਾਡੇ ਇਸੇ ਸਦੀ ਦਾ ਜਿਹਨੂੰ ਅਸੀਂ ਅੱਜ ਦੀ ਦੁਨੀਆ ਦਾ ਆਇਨਸਟਾਈਨ ਕਹਿੰਦੇ ਸੀਗੇ, ਸਟੀਫਨ ਹਾਕਿੰਗਸ, ਉਸਨੇ ਬੜੇ ਕਮਾਲ ਦੀਆਂ ਚੀਜ਼ਾਂ ਕੁਝ ਪ੍ਰੈਜ਼ੈਂਟ ਕੀਤੀਆਂ। ਕੋਈ ਚੀਜ਼ ਪ੍ਰੈਜ਼ੈਂਟ ਕੀਤੀ ਸੀ, ਉਹ ਕਹਿੰਦਾ ਸੀਗਾ ਕਿ ਜਿਹੜਾ ਸਾਡਾ ਸਾਰਾ ਇਹ ਕਾਸਮਿਕ ਹੈਗਾ ਆ, ਸਾਰਾ ਦਾ ਸਾਰਾ ਸਾਡਾ ਬ੍ਰਹਿਮੰਡ ਆ, ਇਹ ਫੈਲ ਰਿਹਾ ਲਗਾਤਾਰ। ਸਾਇੰਟੀਫਿਕਲੀ ਉਹਨੇ ਨੂੰ ਪ੍ਰੂਵ ਕੀਤਾ। ਉਹ ਕਹਿੰਦਾ ਫੈਲ ਰਿਹਾ। ਕਹਿੰਦੇ ਸਾਇੰਸ ਦੇ ਵਿੱਚ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਇੱਕ ਪਾਸੇ ਨੂੰ ਕੰਮ ਕਰਦੀ, ਉਹਨੂੰ ਟਵਿਸਟ ਕਰੋਗੇ ਤਾਂ ਉਹਦਾ ਬਿਲਕੁਲ ਆਪੋਜ਼ਿਟ ਰਿਜ਼ਲਟ ਦੂਜੇ ਪਾਸੇ ਨੂੰ ਮਿਲੇਗਾ। ਹੁਣ ਜਦੋਂ ਅਸੀਂ ਇਹਨੂੰ ਆਪੋਜ਼ਿਟ ਕਰਕੇ ਦੇਖਦੇ ਹਾਂ, ਜੇ ਸਪੋਜ਼ ਕਰੋ ਸਾਰਾ ਫੈਲ ਰਿਹਾ ਹੈ, ਤੇ ਜੇ ਸਾਰੇ ਫੈਲਦੇ ਨੂੰ ਦੁਬਾਰਾ ਆਪੋਜ਼ਿਟ ਕਰਕੇ ਦੇਖੇ ਤਾਂ ਮਤਲਬ ਸਾਰਾ ਇਕੱਠਾ ਹੋ ਜਾਏਗਾ। ਮਤਲਬ ਇਸੇ ਰੂਪ ਵਿੱਚ ਜੇ ਫੈਲ ਰਿਹਾ, ਤੇ ਜੇ ਉਲਟਾ ਦੇਖੋਗੇ ਤੇ ਸਾਰਾ ਇਕੱਠਾ ਹੋ ਕੇ ਮੀਨ ਇੱਕ ਤੋਂ ਸ਼ੁਰੂ ਹੈ। ਹੁਣ ਗੁਰੂ ਸਾਹਿਬ ਦੀ ਬਾਣੀ ਤੁਸੀਂ ਪੜੋ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਨ ਇੱਕ ਬਾਤ, ਸਹਿਸ 18 ਕਹਿਨ ਕਤੇਬਾਂ। ਅੱਗੇ ਵਰਡ ਕੀ ਆਉਂਦਾ? ਅਸਲੂ ਅਸੀਂ ਪੜ੍ਹਦੇ ਨੇ ਕਈ ਵਾਰੀ, ਐਕਚੁਅਲ ਲੈਵਲ ਤੇ ਸੱਸੇ ਨੂੰ ਥੱਲੇ ਔਂਕੜ ਪਈਏ। ਅਸੂਲੂ ਇੱਕ ਤਾਤ। ਅਸੂਲੂ ਦਾ ਮਤਲਬ ਹੁੰਦਾ ਆ ਬੇਸਡ ਔਨ ਪ੍ਰਿੰਸੀਪਲ। ਅਸੂਲ ਤੇ ਖੜੇ ਹੋ ਕੇ ਜੋ ਤੁਸੀਂ ਦੇਖੋਗੇ, ਜੇ ਅਸੀਂ ਬਿਲਕੁਲ ਪ੍ਰਿੰਸੀਪਲ ਲੈਵਲ ਤੇ ਉਸ ਚੀਜ਼ ਨੂੰ ਦੇਖੋਗੇ ਨਾ, then you can see ਪਤਾਲ ਲੱਖ ਹੋਣਗੇ, ਆਗਾਸ ਲੱਖ ਹੋਣਗੇ, we can see very vast, very large, or very, you can say, infinity kind of universe. But ਜੇ ਤੁਸੀਂ based on principle ਆਓਗੇ, ਫਿਰ ਕੀ ਗੱਲ ਹੋਏਗਾ? ਅਸਲੂ ਇੱਕ ਧਾਤ
ਇੱਕ ਧਾਤ ਤੋਂ ਹੀ ਸਭ ਕੁਝ ਫੈਲਿਆ, ਇੱਕ ਜੁੜਾ ਤੋਂ ਹੀ ਸਭ ਕੁਝ ਫੈਲਿਆ। ਸਾਇੰਟੀਫਿਕਲੀ ਗੱਲ ਪ੍ਰੂਵ ਹੋ ਰਹੀ ਹੈ ਅੱਜ। once we have that idea, and I was reading that Guru Granth Sahib, those lines, I realized, oh, Baba Ji has already mentioned it. We were not aware that time. Actual ਆ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਸਾਹਮਣੇ ਆ ਰਹੀਆਂ। ਬ੍ਰਹਿਮੰਡ ਦੀ ਗੱਲ ਕੀਤੀ, ਹੁਣ ਥੋੜੀ ਜਿਹੀ ਮੈਂ ਪਿੰਡ ਦੀ ਬਾਤ ਜਿਹੜੀ ਸ਼ਬਦ ਵਿੱਚ ਆ ਰਹੀ ਹੈ। ਅੰਮ੍ਰਿਤ ਇੱਕ ਨੈਕਟਰ ਆ, ਇੱਕ ਰਸਾਇਣ ਆ, ਇੱਕ ਕੈਮੀਕਲ ਤੁਹਾਡੇ ਅੰਦਰ ਜਿਹੜੀ ਕੈਮਿਸਟਰੀ ਹੈ ਇਹ ਬਦਲਣੀ। ਅੱਜ ਤੇ ਬਿਲਕੁਲ ਕੈਮੀਕਲ ਬੇਸਡ ਇੰਟਰਵੈਂਸ਼ਨ ਹੈ ਸਾਰੀ ਫਾਰਮਾਕੋਲੋਜੀ ਜਿਹੜੀ ਹੈ, ਸਾਰਾ ਫਾਰਮਾਸਿਊਟੀਕਲ ਮਾਡਲ ਜਿਹੜਾ ਆ ਜਿਹਨੂੰ ਦਵਾਈਆਂ ਕਹਿੰਦੇ ਆ ਅਸੀਂ, ਸਾਰਾ ਕੈਮੀਕਲ ਤੇ ਖੜਾ। ਬੰਦੇ ਦੇ ਕੈਮੀਕਲਸ ਨੂੰ ਜਿਹੜਾ ਹੈਗਾ ਬੈਲੈਂਸਡ ਕਰਨ ਦੀ ਟਰਾਈ ਕੀਤੀ ਜਾ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਉਹਨੂੰ ਇੱਕ ਕੈਮੀਕਲ ਦੇ ਨਾਲ ਕੋਈ ਬਾਹਰੋਂ ਕੈਮੀਕਲਸ ਦੇ ਕੇ ਉਹਨੂੰ ਪੇਨ ਕਿਲਰਸ ਦੇ ਤੌਰ ਤੇ ਦਿੱਤਾ ਜਾ ਰਿਹਾ ਹੈ, ਉਹਨੂੰ ਐਂਟੀਬਾਇਓਟਿਕ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ, ਉਹਨੂੰ ਕਿਸੇ ਹੋਰ ਹਰ ਟ੍ਰੀਟਮੈਂਟ 'ਚ ਕੈਮੀਕਲਸ ਹੀ ਆ ਰਹੇ ਸਾਰੇ। ਬੰਦਾ ਆਪਣੇ ਆਪ ਵੀ ਆਰ ਐਕਚੁਅਲੀ ਕਾਈਂਡ ਆਫ ਫਾਰਮ ਆਫ ਕੈਮੀਕਲਸ, ਸਾਰਾ ਕੈਮੀਕਲਸ ਨੇ ਸਾਰੇ ਦੇ ਸਾਰੇ। ਜਦੋਂ ਗੁਰੂ ਬਾਬਾ ਜੀ ਗੱਲ ਕਰਦੇ ਤੇ ਹੁਣ ਇਸੇ ਲੈਵਲ ਤੇ ਆ ਜਾਓ ਤੁਸੀਂ, ਤੇ ਵੀ ਪਤਾ ਲੱਗ ਰਿਹਾ ਕਿ ਬੰਦੇ ਦੇ ਸਿਰਫ ਖਾਣ ਦੇ ਨਾਲ ਹੀ ਕੈਮੀਕਲਸ ਅੰਦਰ ਪ੍ਰਭਾਵਿਤ ਨਹੀਂ ਹੁੰਦੇ ਤੇ ਕੈਮੀਕਲਸ ਬੈਲੈਂਸਡ ਜਾਂ ਇੰਬੈਲੈਂਸਡ ਨਹੀਂ ਹੁੰਦੇ, ਬਲਕਿ ਬੰਦੇ ਦੇ ਰਹਿਣ ਸਹਿਣ, ਸੋਚਣ ਸਮਝਣ, ਬੋਲਣ, ਆਲੇ ਦੁਆਲੇ ਇੰਟਰੈਕਸ਼ਨ, ਸਭ ਚੀਜ਼ਾਂ ਨਾਲ ਉਹਦੇ ਕੈਮੀਕਲਸ ਅਸਰ ਪੈਂਦਾ ਹੈ ਪੂਰਾ। ਬੰਦੇ ਨੂੰ ਤੁਸੀਂ ਕਿਸੇ ਅਨਕੰਫਰਟੇਬਲ ਜਿਹੜੀ ਹੈਗੀ ਹੈ ਸਿਚੁਏਸ਼ਨ ਵਿੱਚ ਥੋੜ੍ਹੀ ਦੇਰ ਰੱਖੋ, ਭਾਵੇਂ ਉਹ ਜਸਟ ਵੈਦਰ ਹੀ ਉਹਨੂੰ ਅਨਕੰਫਰਟੇਬਲ ਫੀਲ ਕਰਾ ਰਿਹਾ ਹੋਏ, ਵੱਧ ਗਰਮੀ ਲੱਗ ਰਹੀ ਹੋਏ, ਵੱਧ ਸਰਦੀ ਲੱਗ ਰਹੀ ਹੋਏ, ਜਿੰਨਾ ਮਰਜੀ ਮਤਲਬ ਬੰਦਾ ਹੋਏ ਕੂਲ ਮਾਈਂਡਡ ਆ, ਬੜਾ ਕਾਮ ਰਹਿੰਦਾ ਆ, ਉਸ এনवायरमेंट 'ਚ ਪਾ ਕੇ ਲੋਕਾਂ ਨੂੰ ਰਿਸਰਚ ਕੀਤੀ ਗਈ, ਉਹ ਇੱਕਦਮ ਫਰਸਟ੍ਰੇਸ਼ਨ 'ਚ ਆਉਣੀ ਸ਼ੁਰੂ ਹੋ ਗਈ ਉਹਦੇ ਇੱਕਦਮ ਮੂੰਹ ਦੇ ਵਿੱਚੋਂ, ਉਹਦੇ ਐਕਸ਼ਨਸ ਦੇ ਵਿੱਚੋਂ। ਇਹ ਕੀ ਹੋਇਆ? ਕੈਮੀਕਲ ਬਦਲ ਗਏ। ਇਹ এনवायरमेंट ਨੇ ਇਸ ਲੈਵਲ ਤੇ ਬਾਹਰਲੇ ਜਿਹੜਾ ਆ ਉਹ ਗਰਮੀ ਨੇ, ਬਾਹਰਲੀ ਸਰਦੀ ਨੇ ਇੰਨਾ ਪ੍ਰਭਾਵ ਪਾਇਆ। ਠੀਕ, ਗੁਰੂ ਅਰਜਨ ਸਾਹਿਬ 5 ਤੱਤਾਂ ਤੇ ਸਰੀਰ ਬਣਿਆ ਸੀਗਾ ਉਹਨਾਂ ਦਾ। ਟੌਪ ਸੋਇਲ, they were also carrying same kind of top soil. ਬਾਹਰੋਂ ਗਰਮੀ ਕੀ ਲੱਗਣੀ ਹੈ ਜੇਠ ਦੇ ਦੁਪਹਿਰੇ ਦੇ ਵਿੱਚ, ਤੱਤੀ ਤਵੀ ਤੇ ਬਿਠਾਇਆ ਸੀ। ਕੁਛ ਤੇ ਹੋਏਗਾ। ਸਾਇੰਟੀਫਿਕਲੀ ਕਿਹਾ ਗਿਆ ਇਹ ਕੈਮੀਕਲਸ ਮਾੜੀ ਜਿਹੀ ਅਨਕੰਫਰਟੇਬਲ ਸਿਚੁਏਸ਼ਨ ਹੁੰਦੀ ਏ, ਫਟ ਜਾਂਦਾ ਬੰਦਾ ਅੰਦਰੋਂ। ਉਹਨਾਂ ਬਾਰੇ ਸੋਚ ਕੇ ਦੇਖੋ ਜਿਨ੍ਹਾਂ ਨੂੰ ਉਸ ਲੈਵਲ ਤੇ ਲਿਜਾਂਦਾ ਗਿਆ ਤੇ ਲਿਟਰਲੀ ਤੌਰ ਤੇ ਪੁੱਛਿਆ ਗਿਆ ਵੀ ਹੁਣ ਤੇ ਆਖਰਕਾਰ ਕੁਛ ਤੇ ਇਤਰਾਜ਼ ਹੋਏਗਾ ਰੱਬ ਦੇ ਬਾਰੇ। ਅਸੀਂ ਟੈਸਟਾਮੈਂਟ 'ਚ ਪੜ੍ਹਦੇ ਹਾਂ ਜਦੋਂ ਵਕਤ ਦੇ ਬੜੇ ਵੱਡੇ ਅਵਤਾਰੀ ਪੁਰਖ ਨੂੰ, ਜਿਨ੍ਹਾਂ ਨੂੰ ਅੱਜ ਵੱਡੇ ਲੈਵਲ ਤੇ ਦੁਨੀਆ ਭਰ 'ਚ ਲੋਕ ਮੰਨਦੇ ਨੇ, ਜਦੋਂ ਉਹਨੂੰ ਸਲੀਬ ਤੇ ਚੜਾਉਣ ਲੱਗੇ ਤੇ ਉਹ ਜਦੋਂ ਪ੍ਰੋਸੈਸ ਸ਼ੁਰੂ ਹੁੰਦਾ ਤੇ ਉਹਦੀ ਜ਼ਬਾਨ 'ਚੋਂ ਲਫ਼ਜ਼ ਲਿਖਦੇ, ਉਹਨਾਂ ਦੇ ਲਿਖੇ ਨੇ ਉਹਦੇ 'ਚ ਰਿਕਾਰਡ ਦੇ ਵਿੱਚ, ਵੀ ਓ ਲਾਰਡ ਪਲੀਜ਼ ਟੇਕ ਦਿਸ ਕੱਪ ਆਫ ਸੋਰੋ ਅਵੇ ਫਰੋਮ ਮੀ। ਇਹ ਬੜਾ ਬਿੱਟਰ ਆ, ਇਹਦਾ ਘੁੱਟ ਪੀਣਾ ਬੜਾ ਔਖਾ ਆ। ਇੱਕ ਪਲ ਤੇ ਚੀਜ਼ ਅੰਦਰ ਜ਼ਹਿਨ ਚ ਆਈ ਵੀ ਉਹ ਇੰਨਾ ਤਰੱਦਦ, ਇੰਨਾ ਤਸ਼ੱਦਦ। ਇਹਦੇ ਮੁਕਾਬਲਤਨ ਗੁਰੂ ਅਰਜਨ ਸਾਹਿਬ ਨੂੰ ਪੜ੍ਹਦੇ ਆ, ਮਹਾਰਾਜ ਨੂੰ ਸਾਈਂ ਮੀਆਂ ਮੀਰ ਲਿਟਰਲੀ ਤੌਰ ਤੇ ਪੁੱਛਦਾ ਆ, ਅੱਛਾ ਅਜੇ ਵੀ ਰੱਬ ਚੰਗਾ ਲੱਗਦਾ ਹੈ, ਰੱਬ ਦਾ ਹੁਕਮ ਚੰਗਾ ਲੱਗਦਾ ਹੈ, ਅਜੇ ਵੀ ਅਹਿਸਾਸ ਹੈ ਕਿ ਉਹ ਹੁਕਮੀ ਬਹੁਤ ਵਧੀਆ ਆ। ਤੇ ਬਚਨ ਇਹੀ ਸਾਨੂੰ ਤਵਾਰੀਖ 'ਚ ਪੜ੍ਹਨ ਨੂੰ ਮਿਲਦੇ ਨੇ ਬਾਣੀ ਦੇ ਸੰਦੇਸ਼ ਦੇ ਰੂਪ ਦੇ ਵਿੱਚ, ਕਿ ਕਿਹਾ ਗਿਆ ਸੀਗਾ ਵੀ ਤੇਰਾ ਕੀਆ ਮੀਠਾ ਲੱਗਾ ਹੈ। ਅਜੇ ਵੀ ਕੋਈ ਬਿਟਰਨੈਸ ਨਹੀਂ ਹੈ, ਕੋਈ ਕੁੜੱਤਨ ਨਹੀਂ ਹੈ। ਦੈਨ ਡੈਫੀਨੇਟਲੀ ਕੁਛ ਤੇ ਕੈਮੀਕਲਸ ਡਿਫਰੈਂਟ ਹੋਣਗੇ ਨਾ, ਕੁਛ ਤੇ ਅੰਦਰ ਦਾ ਦੁਨੀਆ ਹੋਏਗੀ ਵੱਖਰੀ। ਸੋ ਇਹ ਚੀਜ਼ ਜਿਹੜੀ ਹੈ ਬਿਲਕੁਲ ਇਸੇ ਲੈਵਲ ਤੇ ਸਮਝੀ ਜਾਏ। ਜਿਹਨੇ ਅੰਮ੍ਰਿਤ ਪੀ ਲਿਆ, ਜਿਹਨੂੰ ਉਸ ਕਿਸਮ ਦੇ ਆਪਣੇ ਆਪੇ ਦੇ ਉੱਤੇ, ਆਪਣੇ ਕੈਮੀਕਲਸ ਦੇ, ਆਪਣੀ ਜਿਹੜਾ ਸਾਡਾ ਭਾਵੇਂ ਸਾਡੀ ਫਿਜ਼ੀਕਲ ਅਪੀਅਰੈਂਸ ਆ, ਭਾਵੇਂ ਸਾਡੀ ਮੈਂਟਲ ਐਬਿਲਿਟੀ ਹੈ, once we have grip on it,
then we can behave in certain way. Otherwise ਬੰਦਾ ਤੇ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੈ ਨਾਲ। ਇਹੋ ਜਿਹਾ ਢੋਲਿਆ ਜਿਵੇਂ ਕੋਈ ਬਾਹਰੋਂ ਥਾਪ ਦਿੰਦਾ ਡੰਡਾ ਮਾਰਦਾ ਉਵੇਂ ਵੱਜ ਰਿਹਾ ਹੈ। ਬਾਹਰਲੀ ਸਿਚੁਏਸ਼ਨ ਰਿਵਾਰਡ ਬੇਸਡ ਫੀਲਿੰਗਸ ਨੇ ਸਾਡੀਆਂ। ਕੁਝ ਮਿਲ ਗਿਆ, ਮਾਟੀ ਕੋ ਪੁਤਲਾ ਕੈਸੋ ਨਚਤ ਹੈ, ਦੇਖੋ ਕਿਵੇਂ ਨੱਚਦਾ ਫਿਰਦਾ ਹੈ। ਜਬ ਕਿਛ ਪਾਵੈ ਗਰਭ ਕਰਤਾ ਹੈ। ਮਾੜ ਜਾ ਕੁਝ ਮਿਲਿਆ ਨਹੀਂ ਤੇ ਬਾਹਾਂ ਉਲਰ ਜਾਂਦੀਆਂ ਨੇ। ਜਿਹੜਾ ਹੈ ਢੋਲ ਦੀਆਂ ਥਾਪਾਂ ਤੇ ਪੈਰ ਥਿੜਕਦੇ ਨੇ, ਲੋਕੀ ਕਮਲੇ ਹੋ ਜਾਂਦੇ ਨੇ। ਜਿਵੇਂ ਹੀ ਕੁਛ ਮਾੜਾ ਜਿਹਾ ਸੱਜੇ ਖੱਬੇ ਡੁੱਲਦਾ ਆ, ਹੋ ਮਾਇਆ ਗਈ ਤੋਂ ਰੋਣ ਲਗਤ ਹੈ। ਐਸੀ ਵਰਲਾਪ ਪਿਆ ਤੇ ਪਤਾ ਨਹੀਂ ਕੀ ਹੋ ਗਿਆ, ਦੁੱਖ ਹੀ ਕਿੱਡਾ ਕੁ ਵੱਡਾ ਆ ਗਿਆ। ਸੋ ਇਹ ਹਾਲਤ ਕੀ ਹੈ? ਸਾਡਾ ਸੈਲਫ ਕੰਟਰੋਲ ਖਤਮ ਹੋ ਗਿਆ ਆ, ਸਾਡੀ ਸੈਲਫ ਐਬਿਲਿਟੀ ਜਿਹੜੀ ਖਤਮ ਹੋ ਗਈ ਹੈ। ਲਾਲਚ ਕਹਿ ਲੋ, ਤ੍ਰਿਸ਼ਨਾ ਕਹਿ ਲੋ, ਹਵਸ ਕਹਿ ਲੋ, ਕ੍ਰੋਧਾ ਬਿਰਤੀ ਕਹਿ ਲੋ, ਐਨੀ ਕਾਈਂਡ ਆਫ ਵੀਕਨੈਸ। ਇਹ ਕੀ ਹੈ? ਆਲੇ ਦੁਆਲੇ ਦਾ ਪ੍ਰਭਾਵ ਆ। ਜਿਹਨੇ ਅੰਮ੍ਰਿਤ ਪੀ ਲਿਆ ਉਹਨੂੰ ਇਹ ਚੀਜ਼ਾਂ ਕਿੱਥੇ ਪਹੁੰਚ ਸਕਦੀਆਂ ਨੇ? ਉਹਨੂੰ ਸੈਲਫ ਕੰਟਰੋਲ ਦਾ ਪਤਾ ਲੱਗ ਰਿਹਾ ਆ। ਗੁਰੂ ਅਮਰਦਾਸ ਸਾਹਿਬ ਉਹਦੀ ਗੱਲ ਕਰ ਰਹੇ ਨੇ। ਤੀਸਰੇ ਜਾਮੇ ਦੀ ਬਾਤ ਆ। 10ਵੇਂ ਜਾਮੇ ਦਾ ਆਦਰਸ਼ ਖਾਲਿਸ ਆ, ਪਿਓਰ, ਸ਼ੁੱਧ। ਇਹ ਐਕਚੁਅਲ ਲੈਵਲ ਤੇ ਆਉਂਦੇ ਸਮੇਂ 'ਚ ਲਗਾਤਾਰ ਬਾਤ ਪਾਵਾਂਗੇ ਇਹਦੀ। ਸਿੱਖੀ is totally practical, totally doable, very actually making sense kind of thing. ਇਹ ਨਹੀਂ ਕਹਿ ਸਕਦੇ ਤੁਸੀਂ ਕੋਈ ਧਰਮ ਨੂੰ ਲੋਕੀ ਕਈ ਵਾਰੀ ਕਹਿੰਦੇ ਉਹ ਰਿਲੀਜਨ ਇਜ਼ ਨੌਨਸੈਂਸ, ਡਜ਼ਨਟ ਮੇਕ ਸੈਂਸ ਟੂ ਮੀ। ਹਾਂ, ਮੇਰੀ ਅੰਡਰਸਟੈਂਡਿੰਗ ਨਾ ਹੋਏ, ਮੇਰੀ ਸਮਝ ਨਾ ਹੋਏ ਸਿੱਖੀ ਦੇ ਲਹਿਜ਼ੇ ਦੇ ਵਿੱਚ, ਫਿਰ ਠੀਕ ਹੈ, ਫਿਰ ਮੇਰੇ ਲਈ ਹੋ ਸਕਦੀ ਗੱਲ। ਅਦਰਵਾਈਜ਼ ਗੁਰੂ ਬਾਬਾ ਜੀ ਨੇ ਪ੍ਰੈਕਟੀਕਲੀ, ਮਤਲਬ ਥਿਓਰੀ ਨੂੰ ਪ੍ਰੈਕਟੀਕਲ ਵੇ ਦੇ ਨਾਲ ਅਪਲਾਈ ਕੀਤਾ, ਇੰਪਲੀਮੈਂਟੇਸ਼ਨ ਹੋਈ ਤੇ ਸਿੱਟੇ ਕੱਢੇ ਜਿਹੜੇ ਸਿੱਟੇ ਵਾਕਿਆ 'ਚ ਉਸ ਰੂਪ ਵਿੱਚ ਚਾਹੀਦੇ ਸੀ। ਤੇ ਜਿਹੜਾ ਅਗਲਾ ਸਮਾਂ ਚੱਲ ਰਿਹਾ ਨਾ, ਸੌਰੀ ਟੂ ਸੇ, ਜਿਵੇਂ ਅਸੀਂ ਬੈਠੇ ਹਾਂ ਇਸ ਹਾਲ ਦੇ ਵਿੱਚ, ਮੈਂ ਤੇ ਹੁਣ ਕੋਵਿਡ-19 ਸਟ੍ਰਾਈਕ ਕਰਨ ਤੋਂ ਬਾਅਦ ਕਾਫੀ ਦਿਨਾਂ ਬਾਅਦ ਆਇਆ ਹਾਂ। ਅਸੀਂ ਆਮ ਹਾਲਤਾਂ 'ਚ ਐਵੇਂ ਕਿੱਥੇ ਬੈਠਦੇ ਸੀਗੇ। ਇੱਥੇ ਇੱਕ ਨਵੀਂ ਐਕਸਰਸਾਈਜ਼ ਹੋ ਰਹੀ ਹੈ and people are saying it's a new normal and it is true. ਇਹ ਚੀਜ਼ਾਂ ਜਾਣੀਆਂ ਨਹੀਂ ਕਿਤੇ ਵੀ ਹੁਣ। ਮਾਫੀ ਚਾਹਾਂਗਾ ਮੈਂ, ਕਈ ਵਾਰੀ ਗੱਲਾਂ ਹੋਰ ਤਰ੍ਹਾਂ ਲੱਗਣਗੀਆਂ, but what actually is coming data based and as well as our intuition ਜਿਹੜੀ ਹੈਗੀ ਉਹ ਆ ਦੱਸ ਰਹੀ ਹੈ, ਇਹ ਕਿਤੇ ਨਹੀਂ ਜਾਣੀਆਂ ਹੁਣ। ਜੇ 9/11 ਤੋਂ ਬਾਅਦ ਦੁਨੀਆ ਬਦਲੀ, ਐਸੀ ਬਦਲੀ ਮੁੜ ਕੇ ਉੱਥੇ ਨਾ ਗਈ। 9/11 ਤੋਂ ਪਹਿਲੇ ਵਾਲੇ ਐਕਸਪੀਰੀਅੰਸ ਲੋਕੀ ਦੱਸਦੇ, ਮੈਂ ਫਲਾਣੇ ਨੂੰ ਜਹਾਜ਼ 'ਚ ਵਿੱਚ ਬਿਠਾ ਕੇ ਆਇਆ। ਉਹ ਮੈਂ ਤੇ ਜਹਾਜ਼ ਬੈਠਾ, ਪਾਇਲਟ ਵਾਲੀ ਸੀਟ ਤੇ ਵੀ 2 ਮਿੰਟ ਬੈਠਾ ਰਿਹਾ ਮੈਂ ਉੱਥੇ। ਉਹ ਫੋਟੋਆਂ ਖਿਚਾ ਕੇ ਆਇਆ ਪਾਇਲਟ ਦੇ ਨਾਲ। ਹੁਣ ਕਿਸੇ ਨੂੰ ਕਹੋ ਬੱਚੇ ਨੂੰ, ਬੱਚਾ ਕਹੇਗਾ ਜੋਕ ਕਰ ਰਿਹਾ। ਐਵੇਂ ਕਦੀ ਹੋ ਸਕਦਾ? ਏਡੀ ਮਤਲਬ ਟਾਈਟ ਸਿਕਿਉਰਿਟੀ ਹੁੰਦੀ ਹੈ, ਸਾਰਾ ਕੁਝ ਪਈ। 9/11 ਤੋਂ ਬਾਅਦ ਦੁਨੀਆ ਬਦਲ ਗਈ, ਕਲਚਰ ਬਦਲ ਗਿਆ, ਬਾਰਡਰਸ ਬਦਲ ਗਏ, ਸਿਕਿਉਰਿਟੀ ਦੇ ਲੈਵਲ ਬਦਲ ਗਏ। COVID-19, people going to talk before COVID-19 and post COVID-19. ਦੁਨੀਆ ਇਸ ਕਿਸਮ ਦੀ ਬਣੇਗੀ, ਇਸ ਤਰੀਕੇ ਦੇ ਨਾਲ। ਤੇ ਸਾਰੇ ਦੇ ਵਿੱਚ ਅਸੀਂ ਅਹਿਸਾਸ ਕਰੀਏ ਤੇ ਜਿਹੜੀਆਂ ਚੀਜ਼ਾਂ ਜਿਸ ਲੈਵਲ ਤੇ ਆ ਰਹੀਆਂ ਨੇ, ਬੜੀਆਂ ਕਈ ਵਾਰੀ ਲੋਕੀ ਡਰਾਵਣੀਆਂ ਵੀ ਕਹਿੰਦੇ ਨੇ, ਪਰ ਮੈਂ ਕਹਿੰਦਾ ਆ ਜਦੋਂ ਆਪਾਂ ਸਿੱਖੀ ਦੇ ਲਹਿਜੇ 'ਚ ਬਾਤ ਕਰਾਂਗੇ ਤੇ ਸਿੱਖੀ ਦੇ ਲਹਿਜੇ ਦੇ ਵਿੱਚ ਸਿੱਖੀ ਨੇ ਸਾਨੂੰ ਇਸੇ ਚੀਜ਼ ਤੇ ਅਹਿਸਾਸ ਕਰਵਾਇਆ ਸੀਗਾ। ਅੱਜ ਲੋਕਾਂ ਨੂੰ ਥੋੜ੍ਹਾ ਬਹੁਤਾ ਅਹਿਸਾਸ ਹੋ ਰਿਹਾ ਆ। ਅਮਰੀਕਾ ਦੇ ਵਿੱਚ ਇੰਨਾ ਡੈਥ ਰੇਟ ਹਾਈ ਹੋਣ ਦਾ ਕਾਰਨ, ਅਜੇ ਦੇ ਲੌਂਗਟੀਟਿਊਡ ਸਟੱਡੀਜ਼ ਆਉਣੀਆਂ ਨੇ, ਪਰ ਇਹ ਪਤਾ ਲੱਗ ਰਿਹਾ ਹੈ ਪੀਪਲ ਹੂ ਵਰ ਟੇਕਿੰਗ ਐਕਚੁਅਲੀ ਵੈਰੀ toxic kind of food, toxic kind of chemicals, they were dying at a first level. ਉਹਨਾਂ ਦੇ ਵਿੱਚ ਐਥੀਨਲ ਕੈਮੀਕਲ ਟੇਕਰਸ, ਅਲਕੋਹਲ ਲੈਣ ਵਾਲੇ, ਮੀਟ ਈਟਰਸ, ਮੈਦਾ ਖਾਣ ਵਾਲੇ, ਬਹੁਤ ਜ਼ਿਆਦਾ ਜਿਹੜਾ ਹੈ ਚਿੱਟਾ ਆਟਾ ਸੋਲਿਡ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਉਹਨੂੰ ਇਨਟੇਕ ਕਰਨ ਵਾਲੇ, ਸ਼ੂਗਰੀ ਗਰੀਸੀ ਫੂਡ ਈਟਰ, ਜਿਨ੍ਹਾਂ ਲੋਕਾਂ ਦੇ ਕੋਲ ਅੰਡਰਲਾਈਂਗ ਇਸ਼ੂਜ਼ ਸੀਗੇ, ਜਿਹਦੇ 'ਚ ਓਬੀਸਿਟੀ ਇੱਕ ਵੱਡੇ ਲੈਵਲ ਤੇ ਇਸ਼ੂ ਆ ਰਿਹਾ। ਸੋ ਇਹ ਚੀਜ਼ਾਂ ਸਾਰੀਆਂ ਦੱਸ ਰਹੀਆਂ ਨੇ। ਜਦੋਂ ਬੰਦਾ ਕੈਮੀਕਲ ਗੁਲਾਮ ਇਹੀ ਹੁੰਦਾ ਹੈ।
ਮਤਲਬ ਸਿੰਪਲ ਐਗਜ਼ਾਮਪਲ ਕਰਦਾ, ਅੰਮ੍ਰਿਤ ਪੀਣਾ ਸਾਡੇ ਵਾਸਤੇ ਅੰਮ੍ਰਿਤ ਕੀ ਹੈ? ਬੰਦੇ ਦੀਆਂ ਸਵੇਰੇ ਅੱਖਾਂ ਖੁੱਲੀਆਂ ਇਸ ਤਰੀਕੇ ਨਾਲ ਬਿਸਤਰੇ ਤੋਂ, ਸਭ ਤੋਂ ਪਹਿਲਾ ਥਾਟ ਕੀ ਆਏਗਾ? ਓਬੀਸਿਟੀ ਤੇ ਇੰਨੀ ਸਟੱਡੀ ਆ ਚੁੱਕੀ ਹੈ ਇੱਥੇ, ਇਹੋ ਜਿਹੇ ਥਾਟ ਲੋਕਾਂ ਦਿਮਾਗ ਦੱਸੇ ਗਏ ਨੇ। ਬੰਦੇ ਦੀਆਂ ਅੱਖਾਂ ਖੁੱਲੀਆਂ, ਅੱਖਾਂ ਖੁੱਲਦੇ ਨਾਲ ਸਭ ਤੋਂ ਪਹਿਲਾਂ ਆਏਗਾ ਵੀ ਲੈਟਸ ਈਟ। ਹੁਣ ਇਹ ਐਕਚੁਅਲੀ ਕੋਈ ਛੋਟੀ ਚੀਜ਼ ਨਹੀਂ, ਗੁਲਾਮੀ ਛੋਟੀ ਚੀਜ਼, ਬੜੀ ਤਗੜੀ ਚੀਜ਼ ਆ। ਬਾਹਰੋਂ ਬੇੜੀ ਪਾਉਣ ਦੀ ਲੋੜ ਹੀ ਨਹੀਂ, ਬੰਦੇ ਨੂੰ ਇੱਕ ਇਨਵਿਜ਼ੀਬਲ ਬੇੜੀ ਪਾ ਦਿਓ ਤੁਸੀਂ। ਹਾਂ ਤੁਸੀਂ ਦੇਖੋ, ਇਤਨੀ ਜ਼ਿਆਦਾ ਹਾਲਤ ਵਰਸ ਸੀਗੀ ਜਦੋਂ ਸ਼ੁਰੂ ਦੇ ਵਿੱਚ, ਤੇ ਉਹਦੇ ਵਿੱਚ ਵੀ ਤੁਸੀਂ ਜਿਹੜੇ ਆ ਫਾਸਟ ਫੂਡ ਚੇਨਸ ਹੈਗੀਆਂ ਨੇ, ਲੋਕੀ ਕਿਵੇਂ ਭੱਜ ਕੇ ਜਾ ਰਹੇ ਸੀਗੇ, ਸਿਰਫ ਇਸ ਕਰਕੇ ਨਹੀਂ, ਬਿਕੋਜ਼ they need it, they are not able to cook, they are not able to actually bake anything, that's why they are going there. No. Reason, because they are slave of their taste, they're slave of their food, they're slave of their actually products. ਹੁਣ ਆ ਚੀਜ਼ਾਂ ਜਿਹੜੀਆਂ ਇਸ ਲੈਵਲ ਤੇ ਬੰਦਾ ਅੰਮ੍ਰਿਤ ਕਹਿੰਦਾ ਫਰੀडम ਦਿੰਦਾ ਆ, ਗੁਲਾਮੀ ਕੱਟ ਦਿੰਦਾ। ਕਿਹੜੀ ਗੁਲਾਮੀ? ਆਪ ਸੋਚ ਸਕਦੇ ਹੋ ਕਿ ਉਹਨਾਂ ਬਜ਼ੁਰਗਾਂ ਸਾਡਿਆਂ ਨੂੰ ਇੰਨੇ ਇਲਿਟਰੇਟ ਹੋਣਗੇ, ਲਿਟਰੇਸੀ ਦਾ ਲੈਵਲ ਨਹੀਂ ਹੋਏਗਾ, ਉਹਨੂੰ ਨਹੀਂ ਪਤਾ ਹੋਣਾ ਬਦਾਮ ਤੇ ਛੋਲਿਆਂ 'ਚ ਕੀ ਫਰਕ ਹੁੰਦਾ। ਵਾਟ ਡੂ ਯੂ ਥਿੰਕ? ਦੇ ਵਰ ਦੈਟ ਮਚ ਇਲਿਟਰੇਟ? ਉਹਨਾਂ ਨੂੰ ਪਤਾ ਸੀਗਾ ਬਦਾਮ ਤੇ ਛੋਲੇ ਕੀ ਹੁੰਦੇ ਨੇ, ਪਰ ਉਹਨਾਂ ਲਈ ਛੋਲੇ ਬਦਾਮ ਬਣ ਗਏ। ਰੀਜ਼ਨ, ਬਦਾਮ ਖਾਣ ਨੂੰ ਮਿਲਦੇ ਸੀ ਉਹਨਾਂ ਨੂੰ, ਪੀਪਲ ਆਰ ਆਫਰਿੰਗ them actually ਬਦਾਮਸ, ਐਲਮੰਡਸ। ਐਲਮੰਡ ਦਾ ਮਤਲਬ ਕੀ ਬਣਦਾ? ਨਵਾਬੀ, ਉਹ ਸੁੱਖ ਸੁਵਿਧਾਵਾਂ। ਬਟ ਇਵਜ ਵਿੱਚ ਕੀ ਦੇਣਾ ਪੈਣਾ ਆ? ਇਵਜ ਵਿੱਚ ਦੇਣਾ ਪੈਣਾ ਆਪਣਾ ਆਪਾ। ਦੇ ਹੈਵ ਟੂ ਐਕਸੈਪਟ ਸਲੇਵਰੀ। ਜਿਹਨੇ ਅੰਮ੍ਰਿਤ ਪੀ ਲਿਆ, people who are able to control themselves, control their mind, control their greed, control their lust, they are totally liberate. ਜਿਹੜੀ ਉਹ ਲਿਬਰਟੀ ਹੈ, ਸੈਲਵੇਸ਼ਨ, ਕੋਈ ਮੁਕਤੀ ਜਿਹੜੀ ਹੈ ਨਾ, ਮੋਕਸ਼ਾ ਜਿਹੜਾ ਆ, ਇਹ ਕੋਈ ਦੰਤ ਕਥਾ ਨਹੀਂ ਹੈ, ਇਹ ਕੋਈ ਮਤਲਬ ਟਿਪੀਕਲ ਸਟੋਰੀ ਨਹੀਂ ਹੈ ਕਿਸੇ ਪਾਸੇ ਆਉਣ ਵਾਲੀ। ਤੇ ਬਹੁਤ ਇੱਕ ਤੁਹਾਡਾ ਡੀਪ ਲੈਵਲ ਦਾ ਇੱਕ ਆਪਣੇ ਆਪੇ ਦੇ ਵਿੱਚ ਇੱਕ ਜੀਵਨ ਆ, ਜਿਹੜਾ ਬੰਦਾ ਜਿਉਂਦਿਆਂ ਉਸ ਲੈਵਲ ਤੇ ਜਾਂਦਾ ਆ, ਜਿੱਥੇ ਜਾ ਕੇ ਬਿਲਕੁਲ ਸੰਸਾਰ ਦੀ ਪਕੜ ਖਤਮ ਹੋ ਜਾਂਦੀ ਹੈ। ਜਿਹਦੇ ਤੱਤਾਂ 'ਚ ਵਿਲੀਨ ਹੋਣਗੇ ਤੇ ਕੀ ਬਣੇਗਾ? ਕੁਝ ਵੀ ਨਹੀਂ ਬਣ ਸਕਦਾ ਉਹਦਾ। ਉਹ ਮੁਕਤਿਆ, ਉਹਦੀ ਬਿਲਕੁਲ ਜਿਹੜੀ ਹੈ ਉਹ ਰੂਹਾਨੀ ਉਡਾਰੀ ਲੈ ਗਿਆ ਉਹ। ਅਦਰਵਾਈਜ਼ ਬੰਦੇ ਦੀ ਤੇ ਜਿਵੇਂ ਬੰਦਾ ਅੱਗੇ ਵੱਧ ਰਿਹਾ, ਵਾਸ਼ਨਾਵਾਂ ਵੱਧ ਰਹੀਆਂ ਨੇ, ਅੰਦਰ ਦੀ ਭੁੱਖ ਵੱਧ ਰਹੀ ਹੈ, ਬੰਦਾ ਕਲਪ ਰਿਹਾ, ਓਏ ਹੋਏ ਜ਼ਿੰਦਗੀ ਐਵੇਂ ਲੰਘੇ, ਸੁਪਨੇ ਲਏ ਸੀਗੇ, ਐਵੇਂ ਦਾ ਟੱਬਰ ਹੋਏਗਾ, ਐਵੇਂ ਦਾ ਪਰਿਵਾਰ ਹੋਏਗਾ, ਐਵੇਂ ਦੀ ਕੋਠੀ ਹੋਏਗੀ, ਐਵੇਂ ਦਾ ਕਾਰੋਬਾਰ ਹੋਏਗਾ, ਐਵੇਂ ਦਾ ਸਰੀਰ ਹੋਏਗਾ, ਐਵੇਂ ਦੀ ਆਹ ਚੀਜ਼ ਹੋਏਗੀ। ਹੁਣ ਵਾਸ਼ਨਾ ਕੀ ਹੈ? In mental health, we are actually providing counselings to them who are dealing with guilt, regrets, some kind of ਜਿਹੜਾ PTSD ਕਹਿੰਦੇ ਨਾ, ਪੋਸਟ ਟਰਾਮੈਟਿਕ ਡਿਸਆਰਡਰ। ਇਹ ਸਿਰਫ ਇਹ ਨਹੀਂ ਹੁੰਦਾ ਵੀ ਕੋਈ ਟਰਾਮਾ ਆਇਆ ਸੀਗਾ, ਟਰਾਮਾ ਤੇ ਬੰਦੇ ਨੇ ਆਪ ਹੀ ਸਿੱਧਿਆ, ਉਹ ਤੇ ਇਨਸੀਡੈਂਟ ਹੋਇਆ ਨਾ। ਟਰਾਮਾਟਾਈਜ਼ ਤੇ ਤਾਂ ਹੋ ਗਿਆ ਕਿਉਂਕਿ ਇਨਸੀਡੈਂਟ ਬਾਰੇ ਰੈਡੀ ਨਹੀਂ ਸੀਗਾ। ਮੌਤ ਨੂੰ ਗੁਰਬਾਣੀ ਕਦੋਂ ਇਨਸੀਡੈਂਟ ਕਹਿੰਦੀ? ਗੁਰਬਾਣੀ ਕਦੋਂ ਕਹਿੰਦੀ ਇਹ ਟਰਾਮਾ ਹੈਗਾ, ਤਰਾਸਦੀ ਹੈਗੀ? ਨੋ, ਇਟਸ ਅ ਨੈਚੁਰਲ ਐਕਟ। ਜਨਮੰ ਤਾਂ ਮਰਨੰ, ਮਤਲਬ ਜਿਹੜੀ ਚੀਜ਼ ਨਾਲ ਜਿੱਤੋਂ ਜੁਦਾ ਹੀ ਨਹੀਂ ਹੋ ਸਕਦੇ। ਯੂ ਕੈਨ ਨੋਟ, mortality is essential, you cannot avoid, it's unavoidable. We are mortal, mean to death, later or sooner we have to face it. ਅੰਮ੍ਰਿਤ, ਜਿਹਨੇ ਅੰਮ੍ਰਿਤ ਪੀ ਲਿਆ ਉਹ ਅਮਰ ਹੋ ਗਿਆ, ਮੋਰਟੈਲਿਟੀ ਤੋਂ ਬਾਹਰ ਆ ਗਿਆ। ਹਾਓ ਸੌਰੀ ਟੂ ਸੇ, ਮੈਂ ਕਈ ਵਾਰੀ ਸੋਚਦਾ, ਹਾਲਾਂਕਿ ਮੈਂ ਬਾਤ ਪਾ ਰਿਹਾ ਸਾਰੇ, ਪਰ ਮੈਂ ਸੋਚਦਾ ਆ ਸਿੱਖੀ ਦੀ ਬਾਤ ਕਰਨ ਵਾਸਤੇ ਵੀ ਜਜ਼ਬਾ ਚਾਹੀਦਾ ਆ। ਸ਼ਾਇਦ ਸਾਡੇ ਕੋਲ ਉਹਨਾਂ ਨਹੀਂ ਹੈਗਾ। We don't have that much. It's totally, it's a thought of very higher level. ਇਤਨਾ ਆਈਡੀਅਲ ਹੈ, ਇਤਨਾ ਪਾਕ ਸਾਫ ਆ। ਸਾਡੇ ਘਰ ਦੇ ਚ ਪ੍ਰੋਫੈਸਰ ਪੂਰਨ ਸਿੰਘ ਜਗ੍ਹਾ ਲਿਖਦੇ, ਬੰਦੇ ਨੂੰ ਕਈ ਵਾਰੀ ਨਾ ਬਹੁਤ ਸਾਰੀਆਂ ਚੀਜ਼ਾਂ ਤੰਗ ਕਰਦੀਆਂ। ਸਭ ਤੋਂ ਵੱਡਾ ਤੰਗ ਹੈ ਬੰਦੇ ਨੂੰ ਬਜਰ ਪਾਪ ਤੰਗ ਕਰਦੇ, ਬਜਰ ਸੋਚਾਂ ਤੰਗ ਕਰਦੀਆਂ।
ਜੋ ਨਹੀਂ ਹੋਣਾ ਚਾਹੀਦਾ ਅੰਦਰ, ਉਹ ਤੰਗ ਕਰਦਾ ਬੰਦੇ ਨੂੰ। ਪ੍ਰੋਫੈਸਰ ਪੂਰਨ ਸਿੰਘ ਨੂੰ ਕੋਈ ਆ ਕੇ ਕਹਿੰਦਾ ਕੀ ਕਰਾਂ, ਠੀਕ ਆ, ਬੜਾ ਵਧੀਆ ਆ, ਬੜਾ ਸੋਹਣਾ, ਸਭ ਠੀਕ ਚੱਲ ਰਿਹਾ ਹੈ, ਪਰ ਅੰਦਰ ਨਹੀਂ ਠੀਕ ਚੱਲ ਰਿਹਾ। ਅੰਦਰ ਤੇ ਬਜਰ ਪਾਪ ਤੰਗ ਕਰਦੇ ਨੇ ਆ ਕੇ, ਇਹੋ ਜਿਹੇ ਖਿਆਲ ਜਿਹੜੇ ਹੋਣੇ ਨਹੀਂ ਚਾਹੀਦੇ, ਜੇ ਕਿਤੇ ਉਹ ਐਕਟ ਕਰਦੇ ਆ ਉਹਨਾਂ ਤੇ ਤਬਾਹੀ ਹੋ ਜਾਏ, ਪਰ ਉਹ ਅੰਦਰ ਚੱਲਦੇ ਨੇ, ਕੀ ਕਰਾਂ। ਪ੍ਰੋਫੈਸਰ ਪੂਰਨ ਸਿੰਘ ਦਾ ਜਵਾਬ ਸੀਗਾ, ਉਹ ਕਹਿੰਦਾ ਸ਼ਹੀਦਾਂ ਨੂੰ ਯਾਦ ਕਰਿਆ ਕਰ। ਕਹਿੰਦਾ ਮੇਰੇ ਕੌਮ ਦੇ ਸ਼ਹੀਦ ਏਡੇ ਉੱਚੇ, ਏਡੇ ਸੁੱਚੇ, ਏਡੇ ਪਾਕ ਨੇ, ਜੇ ਬਜਰ ਤੋਂ ਬਜਰ ਪਾਪ ਵੀ ਤੰਗ ਕਰੇ, ਮੇਰੇ ਸ਼ਹੀਦ ਦਾ ਨਾਂ ਤਾਂ ਜ਼ਬਾਨ ਤੇ ਆ ਜੇ, ਮਨ ਚ ਆ ਜੇ, ਪਾਪ ਭੱਜ ਜਾਏਗਾ। ਤੁਸੀਂ ਅੰਦਾਜ਼ਾ ਲਾਓ ਕੈਸੀ ਆਈਡੀਓਲੋਜੀ ਹੋਏਗੀ ਤੇ ਕੈਸੇ ਉਹ ਆਈਡੀਅਲ ਕਰੈਕਟਰਸ ਹੋਣਗੇ। ਇਹ ਹੈ ਅੰਮ੍ਰਿਤ। ਇਹਨੂੰ ਸਾਹਿਬ ਨੇ ਕਿਹਾ ਸੀ, ਅੰਮ੍ਰਿਤ ਪੀਓ ਸਦਾ ਚਿਰ ਜੀਓ। ਇਹ ਹੈ ਚਿਰ ਜੀਵਨ ਆਤਮਕ ਰੂਪ ਦੇ ਵਿੱਚ। ਖੰਡੇ ਦੀ ਪਾਹੁਲ ਦੇ ਨਾਲ ਬੰਦੇ ਦੇ ਜ਼ਹਿਨ ਦੇ ਝੂਤੇ ਉਕੇਰਨਾ ਆ, ਰਸਨਾ, ਜੀਭ, ਕੈਮੀਕਲ, ਸਾਰੇ ਕੈਮੀਕਲ। ਤੁਸੀਂ ਮੂੰਹ ਦਾ ਸਵਾਬ ਲੈ ਕੇ ਟੈਸਟ ਕੀਤਾ ਜਾਂਦਾ, ਸਾਰਾ ਕੁਝ, ਸਾਰਾ ਬੋਡੀ ਦਾ ਸਾਰਾ ਕੈਮੀਕਲ ਇੱਥੇ ਬੈਲੈਂਸਡ ਹੈ। ਇਹਦੇ ਨਾਲ ਜੀਭ ਕੰਟਰੋਲ ਕਰ ਰਹੀ ਤੁਹਾਡੀ ਹੈਲਥ ਨੂੰ, ਜੀਭ ਕੰਟਰੋਲ ਕਰ ਰਹੀ ਤੁਹਾਡੇ ਮਾਈਂਡ ਨੂੰ, ਜੀਭ ਕੰਟਰੋਲ ਕਰ ਰਹੀ ਤੁਹਾਡੇ ਪੂਰੇ ਦੇ ਪੂਰੇ ਜੀਵਨ ਵਿਹਾਰ, ਤੁਹਾਡੇ ਸਭ ਕੁਝ। ਆਹਾਰ ਰੋਗ, ਆਹਾਰ ਚਿਕਿਤਸਾ। Food is disease and food is medicine. Anyone is aware about it, definitely that person can enjoy healthy life. People who are not aware, ਯਕੀਨਨ ਤੌਰ ਤੇ food market ਤੋਂ ਆਇਆ COVID-19. If we go through the data which they are providing, otherwise there are so many different theories, but they're telling snake and bat market which has created this virus, food market. So actual level ਤੇ ਦੇਖੋ ਤੁਸੀਂ, ਬੇਸ ਸਾਰਾ ਉਹੀ ਹੈ। ਤੇ ਫਿਰ ਰਸਨਾ, ਰਸ ਜੀਭ ਦਾ, ਇਕੱਲਾ ਖਾਣ ਦਾ ਹੀ ਨਹੀਂ, ਪੀਣ ਦਾ ਨਹੀਂਗਾ। ਰਸਨਾ, ਮੈਂ ਕਿਹਾ ਸਵੇਰੇ ਅੱਖਾਂ ਖੁੱਲੀਆਂ, ਅੱਖਾਂ ਖੁੱਲਦਿਆਂ ਨਾਲ ਬੰਦੇ ਨੂੰ ਪਹਿਲੀ ਯਾਦ ਆਈ ਫੂਡ ਦੀ। ਲੈਟਸ ਈਟ। ਕੈਮੀਕਲ ਸਾਰੇ, ਇਕੱਲਾ ਇਹ ਨਹੀਂਗਾ। ਚੌਥੇ ਪਹਿਰ ਸੁਬਾਹ ਕਹਿ, ਸੁਰਤਿਆਂ ਉਪਜੈ ਚਾਓ, ਬਾਣੀ ਕਹਿ ਰਹੀ ਹੈ। ਜਦੋਂ ਉਹ ਪਹਿਰ ਆਇਆ, ਰਾਤ ਦਾ ਆਖਰੀ, ਸਵੇਰ ਦਾ ਪਹਿਲਾ ਚੜਨ ਵਾਲਾ, ਚੌਥੇ ਤੇ ਪਹਿਲੇ ਪਹਿਰ ਦਾ ਮਲਾਪ ਹੋ ਰਿਹਾ ਉਸ ਰੂਪ ਦੇ ਵਿੱਚ। ਸੰਧਿਆ ਹੋ ਰਹੀ ਹੈ। ਉਸ ਵਕਤ ਅੱਖਾਂ ਖੁੱਲੀਆਂ, ਜਿਹਨੂੰ ਕਿਤੇ ਸੁਰਤ ਬਖਸ਼ੀ ਦਾਤੇ ਨੇ, ਉਹਦੇ ਚ ਚਾਹ ਆ ਗਿਆ। ਚਲੋ ਸਮਾਂ ਆ ਗਿਆ, ਵਾਹਿਗੁਰੂ ਦਾ ਨਾਮ ਲੈਂਦੇ ਆ, ਕੁਝ ਸਮਾਂ ਬੈਠ ਕੇ ਆਪਣੇ ਆਪ ਨਾਲ ਬਤਿਆਉਂਦੇ ਆ, ਕੁਝ ਜੋ ਬਾਤ ਪਾਉਂਦੇ ਆ ਜਿਹੜੀ ਪਾਉਣ ਵਾਸਤੇ ਜ਼ਿੰਦਗੀ ਮਿਲੀ ਏ। ਉਹ ਰੂਪ ਜਿਹੜਾ ਆ ਅੰਮ੍ਰਿਤ ਹੀ ਹੈ, ਰਸਨਾ। ਜਦੋਂ ਬੰਦਾ ਆਪਣੇ ਆਪ ਨੂੰ ਉਸ ਕਾਰਜ ਚ ਲਾਉਂਦਾ ਆ ਜਿਹੜਾ ਉਹਦੇ ਵਾਸਤੇ ਸਭ ਤੋਂ ਮੀਨਿੰਗਫੁਲ ਆ। ਗੁਰੂ ਅਮਰਦਾਸ ਸਾਹਿਬ ਦਾ ਬਚਨ ਆ, ਕਹਿਣ ਲੱਗੇ, ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ। ਫਿਰ ਰੰਗ ਵਿੱਚ ਰੱਤੀ ਰਹੇਗੀ। ਰੱਤੀ ਦਾ ਮਤਲਬ ਹੈ ਬਿਲਕੁਲ ਇੱਕ ਰੂਪਤਾ ਚ ਆ ਜਾਣਾ। ਬੰਦਾ ਬਹੁਤ ਸਾਰੀਆਂ ਗੱਲਾਂ ਨੇ, I'm not able to actually say everything because I'm controlling few things. Sometimes we don't have that kind of level of processing. Otherwise, ਜਿਹੜਾ ਇਹ ਬਚਨ ਹੈ ਨਾ ਕਿ ਬੰਦਾ ਪਾਠ ਕਰਦਾ ਕਈ ਵਾਰੀ ਕਿਸੇ ਡਰ ਵਿੱਚ, ਕਿਸੇ ਲਾਲਚ ਵਿੱਚ, ਤੇ ਕਈ ਵਾਰ ਚੀਜ਼ਾਂ ਇਮੋਸ਼ਨਸ ਵਿੱਚ ਨਹੀਂ ਹੁੰਦੀਆਂ। No, we don't have any emotional attachment. But we have some kind of, ਸਾਡੀ ਮੈਮਰੀਜ਼ ਵਿੱਚ, ਸਾਡੇ ਹੈਰੀਟੇਜ ਵਿੱਚੋਂ ਸਾਨੂੰ ਕੁਝ ਸਿਖਾਇਆ ਗਿਆ ਹੁੰਦਾ ਹੈ ਕਿਸੇ ਤਰੀਕੇ ਨਾਲ, and we are doing that. It's not bad, it's good. But ਜਿੰਨੀ ਦੇਰ ਤੱਕ ਤੁਹਾਡੀ ਅੰਦਰ ਦੀ ਆਪਣੀ ਇੰਟਰੈਕਸ਼ਨ ਨਹੀਂ ਬਣਦੀ ਉਹਦੇ ਨਾਲ, ਇਮੋਸ਼ਨਲ ਅਟੈਚਮੈਂਟ। ਸਵੇਰੇ ਅੱਜ ਉਸ ਕਿਸਮ ਦੀ ਬਾਤ ਨਹੀਂ ਹੋਈ, ਪਾਠ ਨਹੀਂ ਹੋਇਆ, ਗੁਰਦੁਆਰੇ ਨਹੀਂ ਗਏ, ਕੁਝ ਅੰਦਰ ਦੀ ਬਾਤ ਤੰਗ ਕਰ ਰਿਹਾ, ਕੁਝ ਅਖਰ ਰਿਹਾ, you have some kind of attachment. ਇਹ ਹੈ ਜਦੋਂ ਰਤ ਜਾਂਦੀ ਚੀਜ਼, when you're not able to live without it, that mean you have, ਇਹਨੂੰ ਅਸੀਂ ਕਹਿੰਦੇ ਆ, it's a
ਬਲੈਸਡ ਐਡਿਕਸ਼ਨ, ਇਹ ਬਖਸ਼ਿਸ਼ ਦੀ ਨਵਾਜ਼ਿਸ਼ ਆ। ਇੱਥੇ ਬਚਨ ਆ, ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ, ਸਹਜੇ ਹਰ ਗੁਣ ਗਾਵਣਿਆ, ਸਹਜੇ ਹਰ ਗੁਣ ਗਾਵਣਿਆ। ਸੁਭਾਅ ਹੀ ਬਣ ਗਿਆ ਬੰਦੇ ਦਾ, ਚੰਗਾ ਹੋਏ ਮਾੜਾ ਹੋਏ ਨਾ ਹੋਏ ਕੁਝ ਹੋਏ, ਬੰਦਾ ਇੱਕੋ ਗੱਲ ਹੀ ਕਹਿੰਦਾ, ਸ਼ੁਕਰ ਹੈ ਤੇਰਾ ਵਾਹਿਗੁਰੂ। ਕੋਈ ਆ ਕੇ ਕਿਸੇ ਤਰ੍ਹਾਂ ਦੀ ਗੱਲ ਕਰੇ, ਅੰਦਰੋਂ ਇੱਕੋ ਹੀ ਗੱਲ ਆਉਂਦੀ ਹੈ, ਸ਼ੁਕਰ। ਸਹਜੇ ਹਰ ਗੁਣ ਗਾਵਣਿਆ। ਇਹੋ ਜਿਹੇ ਬੰਦੇ ਨੂੰ ਕਿਵੇਂ ਕੰਪਲੇਨਰ ਬਣਾਓਗੇ, ਕਿਵੇਂ ਨਾ ਸ਼ੁਕਰਾ ਬਣਾਓਗੇ? That kind of personality is always full with gratitude, full with courtesy, full with gratefulness toward ਵਾਹਿਗੁਰੂ ਜੀ। ਇਹ ਬਚਨ ਸ਼ੁਰੂਆਤ ਹੋਈ ਇਹਦੀ, ਰਹਾਉ ਦਾ ਪਦਾ ਆਪਨੇ ਸੁਣਿਆ ਆ। ਰਹਿੰਦੇ ਪਦਿਆਂ 'ਚ ਇਹਦੀ ਫਰਦਰ ਐਕਸਪਲੇਨੇਸ਼ਨ, ਐਕਸਟੈਂਸ਼ਨ ਹੈਗੀ ਹੈ, ਜਿਹਦੀ ਬਾਤ ਆਉਂਦੇ ਸਮੇਂ ਵਾਸਤੇ ਕਰਾਂਗੇ। ਆਪ ਸੰਗਤ ਗੁਰੂ ਹਜ਼ੂਰ ਹਾਜ਼ਰ ਹੋਏ, ਬੜਾ ਧੰਨਵਾਦ। ਮੂਲ ਨਾਨਕ ਸ਼ਾਹੀ ਕੈਲੰਡਰ ਦੀ ਤਾਰੀਖ ਦੇ ਮੁਤਾਬਕ ਅੱਜ ਕੁਝ ਹਿੱਸਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ, ਉਹਦੀ ਵੀ ਆਪ ਨੂੰ ਦਿਲੀ ਮੁਬਾਰਕਬਾਦ। ਅੱਜ ਵਾਸਤੇ ਸਮਾਂ ਸਮਾਪਤ ਆ। ਸਵੇਰ ਦੀ ਹਾਜ਼ਰੀ ਨਹੀਂ ਹੋਏ ਕਰੇਗੀ, ਸਿਰਫ ਸ਼ਾਮ ਨੂੰ ਹੀ ਹੋਏਗੀ ਲਗਾਤਾਰ ਅਗਲੇ, ਕਿਉਂਕਿ ਕੋਵਿਡ ਦੇ ਸਾਰੇ ਸਿਚੁਏਸ਼ਨ ਦੇ ਵਿੱਚ। ਵਾਹਿਗੁਰੂ ਬਖਸ਼ਿਸ਼ ਕਰੇ, ਸਮਾਂ ਅਲਾਓ ਕਰੇ। ਵੀ ਵਿਲ ਇੰਜੋਏ, ਵੀ ਵਿਲ ਗੈਟ ਸਮ ਬਲੈਸਿੰਗਸ ਫਰੋਮ ਵਾਹਿਗੁਰੂ ਜੀ। ਇੱਥੇ ਭੁੱਲਾਂ ਗਲਤੀਆਂ ਲਈ ਮਾਫੀ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।